ਹੈਲੋ एवरीवन ਦਿਸ ਮਿੰਟੋ ਲਰਨਿੰਗ ਪਲੇਟਫਾਰਮ ਤੇ ਤੁਹਾਡਾ ਸਵਾਗਤ ਹੈ। ਅੱਜ ਆਪਾਂ ਜੋ ਚੀਜ਼ ਦੇਖਣੀ ਹੈ ਉਹ ਹੈ ਆਪਣੀ ਐਮਸੀਕਿਊਜ਼ ਪ੍ਰੈਕਟਿਸ। ਯਾਨੀ ਕਿ ਆਪਾਂ ਹਰੇਕ ਕਨਸੈਪਟ ਨਾਲ ਪੜ੍ਹਦੇ ਜਾ ਰਹੇ ਹਾਂ, ਐਮਸੀਕਿਊਜ਼ ਪ੍ਰੈਕਟਿਸ ਕਰਦੇ ਜਾ ਰਹੇ ਹਾਂ। ਦੈਨ ਐਸਾ ਕੁਝ ਨਹੀਂ ਹੈ ਕਿ ਤੁਹਾਨੂੰ ਕੋਈ ਮਤਲਬ ਕੋਈ ਐਵੇਂ ਹੀ ਟਾਈਮ ਪਾਸ ਲਈ ਕਰਾਇਆ ਜਾ ਰਿਹਾ, ਪ੍ਰੋਪਰ ਸਿਲੇਬਸ ਮੁਤਾਬਿਕ ਚੀਜ਼ਾਂ ਕਰਾਈਆਂ ਜਾ ਰਹੀਆਂ। ਮੈਂ ਤੁਹਾਨੂੰ ਕਿਹਾ ਸੀ ਤੁਹਾਨੂੰ ਮੈਂ ਪਹਿਲੇ ਫਾਈਨੈਂਸ਼ੀਅਲ ਅਕਾਊਂਟਿੰਗ ਕਰਾਵਾਂਗਾ, ਫਿਰ ਕੋਸਟ ਅਕਾਊਂਟਿੰਗ ਹੋਏਗੀ, ਫਿਰ ਐਕਸਟਰਾ ਜਿਹੜੇ ਆਪਣੇ ਟੌਪਿਕਸ ਹੈ ਮੈਨੇਜਮੈਂਟ ਅਕਾਊਂਟਿੰਗ ਦੇ ਕੁਝ ਪਾਰਟ ਅਤੇ ਕੁਛ ਆਪਾਂ ਚੀਜ਼ਾਂ ਸਾਰੀ ਜਿਹੜੀਆਂ ਅਦਰਸ ਪੜ੍ਹਨੀ ਹੈ ਉਹ ਆਪਾਂ ਪੜ੍ਹਾਂਗੇ। ਤੁਹਾਨੂੰ ਆਲਰੇਡੀ ਮੈਂ ਮਤਲਬ ਜਿਹੜੀ ਇੰਟਰੋਡਕਸ਼ਨ ਵੀਡੀਓ ਸੀ ਮੇਰੀ ਫਸਟ ਲੈਕਚਰ ਜਿਹੜਾ ਸੀ, ਜਿਸ ਵਿੱਚ ਮੈंने ਤੁਹਾਨੂੰ ਅਕਾਊਂਟਿੰਗ ਬਾਰੇ ਵੀ ਸਮਝਾਇਆ ਸੀ ਇਨ ਦਾ ਐਂਡ, ਤਾਂ ਉਸ ਵਿੱਚ ਸਾਰੀ ਚੀਜ਼ਾਂ ਤੁਹਾਨੂੰ ਮੈਂ ਦੱਸੀਆਂ ਨੇ। ਤਾਂ ਆਪਣੀ ਤਿਆਰੀ ਸ਼ੁਰੂ ਕਰ ਦਿਓ, ਹੈ ਨਾ। 1 ਨਵੰਬਰ ਤੋਂ ਸਾਰੇ ਲਾਈਵ ਬੈਚ ਸਟਾਰਟ ਹੋ ਜਾਣੇ ਨੇ, ਤਾਂ ਆਪਣੇ ਆਪ ਨੂੰ ਪ੍ਰੀਪੇਅਰ ਕਰ ਲਓ। ਅਤੇ ਇਹ ਧਿਆਨ 'ਚ ਨਾ ਰੱਖੋ ਕਿਹੜੀ ਚੀਜ਼ ਫ੍ਰੀ ਹੈ ਕਿਹੜੀ ਚੀਜ਼ ਪੇਡ ਹੈ। ਜੇ ਤੁਹਾਨੂੰ ਲੱਗਦਾ ਕਿ ਇੱਥੋਂ ਪੜ੍ਹ ਕੇ ਮੈਂ ਆਪਣੀ ਤਿਆਰੀ ਨੂੰ ਪੱਕਾ ਕਰ ਸਕਦਾ, ਕਿਉਂ ਨਹੀਂ ਤੁਸੀਂ ਪੇਡ ਕੋਰਸ ਦੇ ਸਕਦੇ, ਹੈ ਨਾ। ਸਾਰੇ ਹੀ ਪੜ੍ਹਦੇ ਹੈ, ਇਹ ਤਾਂ ਹੈ ਨਹੀਂ ਹੈ ਕਿ ਤੁਹਾਨੂੰ ਹਰੇਕ ਚੀਜ਼ ਹੀ ਮਤਲਬ ਪ੍ਰੋਪਰ ਫ੍ਰੀ ਮਿਲ ਜਾਏਗੀ। ਤੁਹਾਨੂੰ ਕੁਝ ਚੀਜ਼ਾਂ ਤੁਹਾਨੂੰ ਪੇਡ ਲੈਣੀਆਂ ਹੀ ਪੈਣੀਆਂ। ਹੁਣ ਜਿਵੇਂ ਸਪੋਜ਼ ਕਰੋ ਤੁਸੀਂ ਗੌਰਮੈਂਟ ਜੌਬ ਜਾਓਗੇ, ਕਿਆ ਤੁਸੀਂ ਸੈਲਰੀ ਨਹੀਂ ਲਓਗੇ? ਗੌਰਮੈਂਟ ਤਾਂ ਕਰਦੀ ਵੈਲਫੇਅਰ ਲਈ ਕੰਮ ਹੈ। ਜੇ ਤੁਹਾਨੂੰ ਕੱਲ੍ਹ ਨੂੰ ਕਹਿ ਦੇਵੇ ਕਿ ਤੁਸੀਂ ਵਲੰਟੀਅਰ ਬਣ ਕੇ ਰਹੋਗੇ, ਕਿਆ ਤੁਸੀਂ ਕੰਮ ਕਰ ਲਓਗੇ? ਤੁਸੀਂ ਤੀਜੇ ਦਿਨ ਹੀ ਰਿਜ਼ਾਈਨ ਦੇ ਦੋਗੇ। ਤਾਂ ਤੁਸੀਂ ਖੁਦ ਸੋਚੋ, ਜਿਹੜੇ ਟੀਚਰਸ ਤੁਹਾਨੂੰ ਪੜ੍ਹਾ ਰਹੇ ਹੈ, ਜਿਹੜੇ ਟੀਚਰਸ ਇਸ ਗਿਲਸ ਮੈਂਟੋਰ ਚੈਨਲ 'ਤੇ ਪੜ੍ਹਾ ਰਹੇ ਨੇ, ਤੁਸੀਂ ਵੀ ਮਤਲਬ ਹੁਸ਼ਿਆਰ ਬੱਚੇ ਹੋ, ਤੁਹਾਨੂੰ ਵੀ ਪਤਾ ਹੈ ਕਿ ਲੌਜੀਕਲ ਮਾਈਂਡ ਕੀ ਕਹਿੰਦਾ ਹੈ, ਕਿ ਜਿਹੜਾ ਤੁਹਾਨੂੰ ਪੜ੍ਹਾਏਗਾ ਉਹ ਵੀ ਤਾਂ ਮਤਲਬ ਕੁਛ ਨਾ ਕੁਛ ਅਰਨਿੰਗ ਕਰੇਗਾ ਹੀ ਨਾ। ਤਾਂ ਤੁਹਾਨੂੰ ਜਿਸ ਤਰੀਕੇ ਨਾਲ ਕੋਰਸ ਪ੍ਰੋਵਾਈਡ ਕੀਤੇ ਜਾ ਰਹੇ ਨੇ, ਤੁਹਾਨੂੰ ਵੀ ਪਤਾ ਕਿ ਕਿਹੜਾ ਕੋਰਸ ਕਿਸ ਚੀਜ਼ ਲਈ ਹੈ। ਜੇ ਤੁਹਾਨੂੰ ਨਹੀਂ ਪਤਾ ਲੱਗਦਾ, ਤੁਸੀਂ ਬੈਂਕਿੰਗ ਅਵੇਅਰਨੈਸ ਦੇ ਕੋਰਸ ਦੇਖੋ, ਉਸ ਵਿੱਚੋਂ ਸਾਫ਼-ਸਾਫ਼ ਕੁਐਸਚਨਸ ਆਏ ਨੇ। ਤੁਸੀਂ ਜਿਹੜਾ ਐਕਸਾਈਜ਼ ਦਾ ਪੇਪਰ ਹੋਇਆ ਉਸ ਵਿੱਚੋਂ ਤੁਸੀਂ ਦੇਖ ਸਕਦੇ ਹੋ, ਕਾਫੀ ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲਣਗੇ। ਤਾਂ ਆਪਣੇ ਆਪ ਨੂੰ ਬਿਲਕੁਲ ਵੀ ਕਿਸੇ ਡਾਊਟ 'ਚ ਨਹੀਂ ਰੱਖਣਾ, ਅਤੇ ਆਪਣੇ ਆਪ ਨੂੰ ਰੋਕਣਾ ਨਹੀਂ ਹੈ। ਜੇ ਤੁਹਾਡੀ ਫਾਈਨੈਂਸ਼ੀਅਲ ਸਥਿਤੀ ਠੀਕ ਹੈ, ਮੈਂ ਪਹਿਲੇ ਫਿਰ ਕਹਿ ਦੇਵਾਂ, ਜੇ ਤੁਸੀਂ ਹੈਗੇ ਹੋ, ਕਾਬਿਲ ਹੋ, ਤੁਹਾਡੀ ਫਾਈਨੈਂਸ਼ੀਅਲ ਸਟੈਬਿਲਿਟੀ ਹੈ, ਤਾਂ ਤੁਹਾਨੂੰ ਲੱਗਦਾ ਕਿ ਇੱਥੋਂ ਪੜ੍ਹ ਕੇ ਮੈਂ ਚੰਗੀ ਤਿਆਰੀ ਕਰ ਸਕਦਾ, ਤਾਂ ਕਿਉਂ ਨਹੀਂ ਕਰੋਗੇ ਤੁਸੀਂ, ਹੈ ਨਾ। ਜੋ ਤੁਹਾਨੂੰ YouTube 'ਤੇ ਲੈਕਚਰ ਮਿਲ ਰਹੇ ਉਹ ਤਾਂ ਮਿਲ ਹੀ ਰਹੇ, ਜੋ ਤੁਹਾਨੂੰ ਪ੍ਰੋਪਰ ਕੋਰਸ ਮਿਲ ਰਿਹਾ ਉਹ ਵੀ ਤੁਸੀਂ ਜਾ ਸਕਦੇ ਹੋ। ਆਪਣੀ ਤਿਆਰੀ ਨੂੰ ਪੱਕਾ ਕਰੋ, ਭੁੱਲ ਜਾਓ ਬਾਕੀ ਚੀਜ਼ਾਂ ਨੂੰ, ਅਤੇ ਇੱਕ ਤਾਂ ਫਾਲਤੂ ਦੀ ਡਿਸਕਸ਼ਨ 'ਚ ਪਾਉਣਾ ਆਪਣੇ ਆਪ ਨੂੰ ਬੰਦ ਕਰੋ। ਬਿਲਕੁਲ ਸਟੋਪ ਕਰ ਦਿਓ ਕਿ ਨੋਟੀਫਿਕੇਸ਼ਨ ਆਏਗਾ, ਪਤਾ ਨਹੀਂ ਪੇਪਰ ਹੋਏਗਾ ਨਹੀਂ ਹੋਏਗਾ, ਇਲੈਕਸ਼ਨ ਬਾਅਦ ਹੋਏਗਾ, ਤੁਹਾਨੂੰ ਕੀ ਲੈਣਾ ਇਲੈਕਸ਼ਨ ਤੋਂ। ਤੁਸੀਂ ਆਪਣੀ ਤਿਆਰੀ ਪੱਕੀ ਕਰਨੀ ਨਹੀਂ ਕਰਨੀ। ਜੇ ਤੁਹਾਡੇ ਸਾਹਮਣੇ ਮੈਨੂੰ 100 ਕੁਐਸਚਨਾਂ ਦਾ ਪੇਪਰ ਰੱਖ ਦੇਵਾਂਗਾ, ਤੁਹਾਡੇ ਕੁਝ ਨਾ ਕੁਝ ਦੇਖੇ ਤੁਹਾਡੀ ਕਮੀ ਰਹਿ ਜਾਏਗੀ, ਤੁਹਾਨੂੰ ਕਈ ਕੁਐਸਚਨ ਨਹੀਂ ਆਉਂਦੇ ਹੋਣਗੇ, ਫਿਰ ਤੁਸੀਂ ਦੁਬਾਰਾ ਇਲੂਜ਼ਨ 'ਚ ਪੈ ਜਾਓਗੇ ਕਿ ਨੋਟੀਫਿਕੇਸ਼ਨ ਨਹੀਂ ਆਉਂਦਾ। ਇਹ ਇਲੂਜ਼ਨ ਹੈ ਜਿਹੜਾ ਤੁਸੀਂ ਆਪਣਾ ਟਾਈਮ ਵੇਸਟ ਕਰ ਰਹੇ ਹੋ। ਇਹ ਆਪਣਾ ਟਾਈਮ ਵੇਸਟ ਨਹੀਂ ਕਰਨਾ ਹੈਗਾ। ਨੋਟੀਫਿਕੇਸ਼ਨ ਆ ਜਾਏਗੀ ਜਦੋਂ ਆਣੀ ਹੋਏਗੀ, ਮਗਰ ਆਪ ਤਾਂ ਮੈਰਿਟ 'ਤੇ ਖੜੇ ਹੋ ਜਾਓ ਨਾ। ਜਿਹੜੇ ਬੱਚੇ ਤਿਆਰ ਹੈ ਉਹ, ਉਹਨਾਂ ਨੂੰ ਮੈਂ ਨਹੀਂ ਕਹਿ ਰਿਹਾ, ਜਿਹੜੇ ਬੱਚੇ ਹਲੇ ਥੋੜ੍ਹੀ ਬਹੁਤੀ ਕਮੀ ਹੈ ਉਹਨਾਂ ਵਿੱਚ, ਉਹਨਾਂ ਨੂੰ ਲੱਗ ਰਿਹਾ ਮੇਰੇ ਕੁਝ ਸਬਜੈਕਟ ਵੀਕ ਹੈ, ਆਪਣਾ ਟਾਈਮ ਉਸ ਚੈਟ ਤੋਂ ਇਲਾਵਾ ਉਸ ਵਿੱਚ ਪਾਓ ਆਪਣਾ। ਹੁਣ ਤੁਹਾਨੂੰ ਮੈਂ ਕਿਹਾ ਸਵੇਰੇ 11 ਵਜੇ ਰੋਜ਼ MCQs ਪ੍ਰੈਕਟਿਸ ਕਰਾਈ ਜਾ ਰਹੀ ਹੈ ਟੈਲੀਗ੍ਰਾਮ ਚੈਨਲ 'ਤੇ। ਤੁਸੀਂ ਆ ਕੇ ਉੱਥੇ ਮਤਲਬ ਕੰਟਰੀਬਿਊਟ ਕਰੋ, ਆਪਣਾ ਪਾਰਟਿਸਪੇਸ਼ਨ ਦਿਖਾਓ। ਕੁਐਸਚਨ ਦੇਖੋ ਜਾ ਕੇ, ਕੰਸੈਪਟ ਬੇਸ ਕੁਐਸਚਨ ਹੈ ਜੋ ਮੋਸਟਲੀ, ਉਸ ਵਿੱਚ ਜੋਗਰਾਫੀ, ਇਨਵਾਇਰਮੈਂਟ, ਹਿਸਟਰੀ, ਸਾਰੇ ਕੁਐਸਚਨ ਕਰਾਏ ਜਾ ਰਹੇ ਨੇ। ਤਾਂ ਜਿਹੜੀ ਚੀਜ਼ ਤੁਹਾਨੂੰ ਲੱਗਦੀ ਹੈ ਕਿ ਇਹ ਚੀਜ਼ ਠੀਕ ਹੈ ਤੁਸੀਂ ਕਰੋ, ਆਪਣੇ ਆਪ ਨੂੰ ਰੋਕੋ ਨਾ। ਬਾਕੀ ਜਿਵੇਂ ਤੁਹਾਨੂੰ ਠੀਕ ਲੱਗਦਾ, ਕੋਈ ਫੋਰਸ ਨਹੀਂ ਹੈ, ਤੁਹਾਨੂੰ ਹਰੇਕ ਚੀਜ਼ ਅਵੇਲੇਬਲ ਕਰਾਈ ਜਾ ਰਹੀ ਹੈ, ਹਰੇਕ ਚੀਜ਼ ਦਿੱਤੀ ਜਾ ਰਹੀ ਹੈ। ਹੁਣ ਅੱਜ ਦੇਖੋ ਤੁਸੀਂ ਕੰਸੈਪਟ ਕਰਾਇਆ, ਤੁਹਾਨੂੰ ਮੈਂ MCQs ਪ੍ਰੈਕਟਿਸ ਕਰਾਵਾਂਗਾ। ਪਿਛਲੇ ਲੈਕਚਰ 'ਚ ਕੰਸੈਪਟ ਸੀ, ਅਤੇ ਸੈਕਿੰਡ ਲੈਕਚਰ 'ਚ ਕੰਸੈਪਟ ਸੀ, ਥਰਡ ਲੈਕਚਰ ਵਿੱਚ ਆਪਣੇ MCQ ਸੀ, ਫੋਰਥ ਲੈਕਚਰ ਕੰਸੈਪਟ ਸੀ, ਪੰਜਵੇਂ ਲੈਕਚਰ 'ਚ MCQs ਹੈ। ਪਲੀਜ਼ ਆਪਣੇ ਆਪ ਨੂੰ ਮਤਲਬ ਡਾਇਵਰਟ ਨਾ ਕਰੋ, ਡਨ। ਇਕਾਗਰਤਾ ਲਿਆਓ, ਆਪਣੀ ਤਿਆਰੀ ਨੂੰ ਸ਼ੁਰੂ ਕਰ ਦਿਓ, ਬਸ ਮੇਰਾ ਕਹਿਣਾ ਇੰਨਾ ਹੈ। ਚਲੋ ਅੱਜ ਆਪਾਂ ਹੁਣ ਪ੍ਰੈਕਟਿਸ ਕਰਾਂਗੇ MCQs ਦੀ। ਆਪਾਂ ਜੋ ਪੜ੍ਹੇ ਨੇ ਕੰਸੈਪਟ ਤੇ ਕਨਵੈਨਸ਼ਨਸ ਪੜ੍ਹੇ ਨੇ, ਉਹਨਾਂ ਦੇ ਆਧਾਰ 'ਤੇ ਆਪਾਂ ਕੁਝ ਅੱਜ MCQs ਦੀ ਪ੍ਰੈਕਟਿਸ ਕਰਨੀ ਹੈ। ਪਹਿਲਾ ਕੁਐਸਚਨ ਕੀ ਕਹਿ ਰਿਹਾ ਹੈ? ਉਹ ਕਹਿ ਰਿਹਾ ਕਿ ਕੰਸੈਪਟ, ਐਸਾ ਕੰਸੈਪਟ ਜੋ ਅਜ਼ਿਊਮ ਕਰਦਾ ਹੈ ਕਿ ਜਿਹੜਾ ਬਿਜ਼ਨਸ ਹੈ ਲਾਸਟ ਤੱਕ ਚੱਲੇਗਾ, ਇੰਡੈਫੀਨਿਟ ਤੱਕ ਚੱਲੇਗਾ। ਤਾਂ ਇਹ ਚੀਜ਼ ਕਿਹੜੇ ਕੰਸੈਪਟ ਵਿੱਚ ਲੱਗਦੀ ਹੈ? ਦੱਸ ਸਕਦਾ ਮੈਨੂੰ ਕੋਈ? ਬਿਜ਼ਨਸ ਐਂਟੀਟੀ ਕੰਸੈਪਟ, ਗੋਇੰਗ ਕੰਸਰਨ ਕੰਸੈਪਟ, ਪੀਰੀਓਡਿਸਿਟੀ ਕੰਸੈਪਟ, ਕੰਜ਼ਰਵੇਟਿਜ਼ਮ ਕੰਸੈਪਟ। ਉਹ ਕਹਿੰਦਾ ਕਿ ਐਸਾ ਕੰਸੈਪਟ ਜੋ ਇਹ ਕਹਿੰਦਾ ਹੈ ਕਿ ਬਿਜ਼ਨਸ ਇੰਡੈਫੀਨਿਟ ਪੀਰੀਅਡ ਤੱਕ ਚੱਲੇਗਾ। ਇਹਦਾ ਆंसर क्या रहेगा? अपना बी ऑप्शन आ जाएगा। ठीक है, मैं उधर ना रंग चेंज कर लूँगा, जस्ट अ मिनट। होना नहीं हो रहा है ना, चलो कोई गल नहीं।
आप इस चीज़ देख लो फिलहाल, माफ़ करना। सो की आंसर आ जाएगा अपना बी ऑप्शन आ जाएगा। अगला क्वेश्चन देखो, ਹੁਣ ਅਗਲਾ ਕੁਐਸਚਨ ਕੀ ਕਹਿ ਰਿਹਾ ਹੈ, ਕਹਿੰਦਾ ਦਾ ਰੂਲ ਆਫ ਸਟਾਕ ਵੈਲਿਊਏਸ਼ਨ ਕੋਸਟ ਪ੍ਰਾਈਸ ਔਰ ਰਿਲਾਈਜ਼ੇਬਲ ਵੈਲਿਊ ਵਿਚ ਐਵਰ ਇਜ਼ ਲੋਅਰ ਇਸ ਬੇਸਡ ਔਨ ਦਾ ਅਕਾਊਂਟਿੰਗ ਪ੍ਰਿੰਸੀਪਲ। ਹੁਣ ਜਦੋਂ ਆਪਾਂ ਸਟਾਕ ਦੀ ਵੈਲਿਊ ਲਗਾਉਣੀ ਹੁੰਦੀ ਹੈ ਹਨਾ, ਆਪਾਂ ਦੋ ਤਰੀਕੇ ਨਾਲ ਦੇਖਦੇ ਹਾਂ। ਇੱਕ ਉਹਦਾ ਜਿਹੜਾ ਐਕਚੁਅਲ ਓਰੀਜਨਲ ਜਿਹੜਾ ਉਹਦਾ ਕੋਸਟ ਪ੍ਰਾਈਸ ਹੁੰਦਾ ਤੇ ਜਿਹੜੀ ਰਿਲਾਈਜ਼ੇਬਲ ਵੈਲਿਊ ਹੁੰਦੀ ਹੈ, ਦੋਨਾਂ ਚੋਂ ਦੇਖਦੇ ਹਾਂ ਕਿ ਵਿਚ ਐਵਰ ਜਿਹੜੀ ਲੈਸ ਹੁੰਦੀ ਹੈ ਉਹ ਵੈਲਿਊ ਲੈ ਲੈਂਦੇ ਆਪਾਂ। ਦੈਨ ਤਾਂ ਇਹ ਜਿਹੜਾ ਕੰਸੈਪਟ ਕਿਹੜੇ ਕੰਸੈਪਟ ਵਿੱਚ ਇਸ ਦੇ ਬਾਰੇ ਗੱਲ ਕੀਤੀ ਹੋਈ ਹੈ, ਮਟੀਰੀਅਲਿਟੀ ਕੰਸੈਪਟ, ਕੰਜ਼ਰਵੇਟਿਜ਼ਮ ਕੰਸੈਪਟ, ਮਨੀ ਮੈਜ਼ਰਮੈਂਟ ਕੰਸੈਪਟ, ਅਕਰੂਲ ਕੰਸੈਪਟ। ਇਸ ਵਿੱਚ ਕਿਹਾ ਹੋਇਆ ਹੈ ਕਿ ਆਪਾਂ ਨੂੰ ਕੀ ਕਰਨਾ ਹੈ ਕਿ ਜਿਹੜੀ ਸਟਾਕ ਦੀ ਵੈਲਿਊ ਲੈਣੀ ਹੈ ਉਹ ਜਾਂ ਤਾਂ ਆਪਾਂ ਕੋਸਟ ਪ੍ਰਾਈਸ ਲੈ ਲਈਏ ਜਾਂ ਆਪਾਂ ਰਿਲਾਈਜ਼ੇਬਲ ਵੈਲਿਊ ਲੈ ਲਈਏ। ਇਹਦਾ ਆਨਸਰ ਤੁਸੀਂ ਮੈਨੂੰ ਦੇਣਾ ਹੈ, ਠੀਕ ਹੈ। ਤੁਹਾਡਾ ਨਾਲ ਕੰਟਰੀਬਿਊਸ਼ਨ ਹੀ ਮਿਲ ਰਿਹਾ, ਤੁਸੀਂ ਕਮੈਂਟ ਸੈਕਸ਼ਨ ਵਿੱਚ ਆਪਣਾ ਕੰਟਰੀਬਿਊਸ਼ਨ ਦੇਵੋ। ਤਾਂ ਇੱਧਰ ਤੁਹਾਡੇ ਲਈ ਇਹ ਕੁਐਸਚਨ ਪਾ ਰਿਹਾ ਮੈਂ ਨਾਲ। ਡਨ। ਬਾਕੀ ਤੁਹਾਨੂੰ ਸਮਝਾ ਦੇਣਾ ਕੰਸੈਪਟ ਕਹਿੰਦੇ ਕੀ ਹੈ। ਮਟੀਰੀਅਲਿਟੀ ਕੀ ਕਹਿੰਦਾ ਸੀ ਕਿ ਜਿਸ ਦੀ ਐਕਚੁਅਲ 'ਚ ਥਿੰਕ 'ਚ ਵੈਲਿਊ ਹੈ, ਜਿਸ 'ਚ ਲੱਗਦਾ ਹੈ ਕਿ ਹਾਂ ਇਸ ਦੇ ਕਰਕੇ ਟ੍ਰਾਂਜੈਕਸ਼ਨ 'ਚ ਇਫੈਕਟ ਪਏਗਾ, ਇਸ ਦੇ ਕਰਕੇ ਅਕਾਊਂਟ 'ਚ ਇਫੈਕਟ ਪਏਗਾ, ਉਹ ਚੀਜ਼ਾਂ ਹੀ ਲੈਣੀਆਂ ਆਪਾਂ ਨੇ। ਸਮਝ ਗਏ। ਕੰਜ਼ਰਵੇਟਿਜ਼ਮ ਕੀ ਕਹਿੰਦਾ ਸੀ, ਕੋਈ ਦੱਸ ਸਕਦਾ? ਜਿੰਨੇ ਵੀ ਪੋਸੀਬਲ ਲੋਸਿਸ ਹੈ ਉਹਨਾਂ ਨੂੰ ਆਪਾਂ ਕੰਸੀਡਰ ਕਰਕੇ ਚੱਲਣਾ ਹੈ, ਲਾਇਬਿਲਿਟੀਜ਼ ਹੈ ਉਹਨਾਂ ਨੂੰ ਕੰਸੀਡਰ ਕਰਕੇ ਚੱਲਣਾ ਹੈ, ਤੇ ਜਿੰਨੇ ਵੀ ਗੇਨਸ ਹੈ ਪ੍ਰੋਫਿਟਸ ਹੈ ਉਹਨਾਂ ਨੂੰ ਆਪਾਂ ਨੇ ਕੰਸੀਡਰ ਕਰਕੇ ਨਹੀਂ ਚੱਲਣਾ ਕਿ ਸਾਨੂੰ ਇਹ ਫਿਊਚਰ ਵਿੱਚ ਹੋ ਸਕਦੇ ਹੈ। ਮਨੀ ਮੈਜ਼ਰਮੈਂਟ ਕੀ ਕਹਿੰਦਾ ਸੀ ਕਿ ਜਿਸ ਦੀ ਵੈਲਿਊ ਮਨੀ ਵਿੱਚ ਹੈ ਉਹਨੂੰ ਹੀ ਇਨਵੋਲਵਮੈਂਟ ਦਿਖਾਣੀ ਹੈ। ਸਮਝ ਗਏ। ਸੋ ਤੁਸੀਂ ਮੈਨੂੰ ਦੱਸੋ ਇਹਦਾ ਆਨਸਰ ਕੀ ਆਏਗਾ ਆਪਣਾ। ਅਗਲਾ ਕੁਐਸਚਨ, ਅਕਾਊਂਟਿੰਗ ਡਜ਼ ਨੋਟ ਰਿਕਾਰਡ ਦੀ ਨੋਨ ਫਾਈਨੈਂਸ਼ੀਅਲ ਟ੍ਰਾਂਜੈਕਸ਼ਨਸ। ਕਿਉਂ? ਕਿਹੜਾ ਕੰਸੈਪਟ ਕਹਿੰਦਾ ਜਿਸ ਕਰਕੇ ਆਪਾਂ ਇਹ ਮੰਨ ਕੇ ਚੱਲਦੇ ਹਾਂ ਕਿ ਸਾਡੀਆਂ ਜੇ ਟ੍ਰਾਂਜੈਕਸ਼ਨ ਕਿਸੇ ਮਨੀ 'ਚ ਇਨਵੋਲਵ ਨਹੀਂ ਹੈ, ਜਿਸ ਦਾ ਕੋਈ ਮਨੀ ਨਾਲ ਰਿਲੇਟਿਡ ਨਹੀਂ ਹੈ ਜਾਂ ਅਰਨਿੰਗ ਨਾਲ ਰਿਲੇਟਿਡ ਨਹੀਂ ਹੈ, ਜਿਸ ਮਤਲਬ ਸਾਫ਼ ਜੀ ਗੱਲ ਹੈ ਪੈਸੇ ਨਾਲ ਰਿਲੇਟਿਡ ਨਹੀਂ ਹੈ, ਨੋਨ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਹੈ ਨਾ, ਤਾਂ ਉਹ ਅਕਾਊਂਟਿੰਗ ਨਹੀਂ ਰਿਕਾਰਡ ਕਰਦਾ। ਇਹ ਕਿਹੜਾ ਕੰਸੈਪਟ ਕਹਿੰਦਾ? ਮਨੀ ਮੈਜ਼ਰਮੈਂਟ ਕਹਿੰਦਾ, ਕੰਟੀਨਿਊਟੀ ਕਹਿੰਦਾ, ਕੋਸਟ ਕੰਸੈਪਟ ਕਹਿੰਦਾ, ਅਕਰੂਲ ਕੰਸੈਪਟ ਕਹਿੰਦਾ। ਇਹਦਾ ਆਨਸਰ ਆ ਜਾਏਗਾ ए ऑप्शन, ठीक है, मनी मेजरमेंट कंसेप्ट। डन। अगला क्वेश्चन देखो, बेस्ड ऑन विच ऑफ द फॉलोइंग कंसेप्ट इज शेयर कैपिटल अकाउंट शोन ऑन द लायबिलिटी साइड ऑफ बैलेंस शीट। ਹੁਣ ਕਹਿੰਦੇ ਕਿ ਆਪਾਂ ਜਦੋਂ ਦੇਖਦੇ ਹਾਂ ਨਾ ਸ਼ੇਅਰ ਕੈਪੀਟਲ ਜਿਹੜੀ ਆਪਣੀ ਕੈਪੀਟਲ ਹੁੰਦੀ ਹੈ, ਪੂੰਜੀ ਹੁੰਦੀ ਹੈ, ਉਹ ਆਪਾਂ ਬੈਲੈਂਸ ਸ਼ੀਟ ਦੀ ਨਾ, ਬੈਲੈਂਸ ਸ਼ੀਟ ਦੇ ਦੋ ਹਿੱਸੇ ਹੁੰਦੇ ਆ। ਹੁਣ ਆਪਾਂ ਲਾਇਬਿਲਿਟੀ ਸਾਈਡ ਹੁੰਦੀ ਹੈ, ਠੀਕ ਹੈ, ਇਹ ਐਸੈਟ ਸਾਈਡ ਹੁੰਦੀ ਹੈ, ਆਪਾਂ ਉਰੇ ਦਿਖਾਉਂਦੇ ਹਾਂ। ਕਿਉਂ? ਕਿਉਂਕਿ ਤੁਹਾਨੂੰ ਪਿਛਲੇ ਲੈਕਚਰ ਸਮਝਾਇਆ ਵੀ ਸੀ, ਤੁਸੀਂ ਮੈਨੂੰ ਦੱਸ ਸਕਦੇ ਕਿ ਕਿਉਂ ਆਪਾਂ ਇਸ ਸਾਈਡ ਦਿਖਾਉਂਦੇ ਹਾਂ, ਕਿਹੜਾ ਕੰਸੈਪਟ ਕਹਿੰਦਾ ਜਿਸ ਕਰਕੇ ਆਪਾਂ ਨੂੰ ਇਸ ਸਾਈਡ ਦਿਖਾਉਣਾ ਪੈਂਦਾ। ਇਹਦਾ ਆਨਸਰ ਕੀ ਆ ਜਾਏਗਾ ਆਪਣਾ, ਤੁਹਾਨੂੰ ਦੱਸ ਸਕਦਾ ਬਿਜ਼ਨਸ ਐਂਟੀਟੀ ਕੰਸੈਪਟ। ਉਹ ਇਹੀ ਕਹਿੰਦਾ ਹੈ ਕਿ ਬਿਜ਼ਨਸ ਅਲੱਗ ਚੀਜ਼ ਹੈ, ਓਨਰ ਅਲੱਗ ਚੀਜ਼ ਹੈ, ਥੋੜਾ ਸੈਪਰੇਟ ਹੋ ਕੇ ਦੇਖੋ ਉਹਨਾਂ ਚੀਜ਼ਾਂ ਨੂੰ। ਤਾਂ ਹੀ ਆਪਾਂ ਜੋ ਵੀ ਆਪਾਂ ਪੂੰਜੀ ਬਿਜ਼ਨਸ 'ਚ ਲਗਾਈ ਹੈ ਉਹ ਆਪਾਂ ਲਾਇਬਿਲਿਟੀ ਸਾਈਡ ਹੀ ਪਾਉਂਦੇ ਹਾਂ। ਡਨ। ਉਸ ਤੋਂ ਬਾਅਦ ਕੋਸਟ ਕੰਸੈਪਟ ਸਮਝਾ ਚੁੱਕਾ। ਜੋ ਦੀ ਓਰੀਜਨਲ ਕੋਸਟ ਹੈ ਤੇ ਜੋ ਰਿਲਾਈਜ਼ੇਬਲ ਵੈਲਿਊ ਵਿਚ ਐਵਰ ਇਜ਼ ਲੋਵਰ ਉਹਨੂੰ ਲੈ ਕੇ ਚੱਲਣਾ ਆਪਾਂ ਨੇ। ਡਨ। ਅਕਰੂਲ ਕੰਸੈਪਟ ਕੀ ਕਹਿੰਦਾ ਕਿ ਇੱਕ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਹੋ ਚੁੱਕੀ ਹੈ, ਇੱਕ ਇਵੈਂਟ ਹੋਇਆ, ਦੈਨ ਉਸ 'ਚ ਭਾਵੇਂ ਪ੍ਰੋਪਰ ਕੈਸ਼ ਪੇਡ ਨਹੀਂ ਹੋਇਆ ਮਗਰ ਟਾਈਮਲੀ ਪਤਾ ਸਾਨੂੰ ਇੰਨੀ ਦੇਰ ਬਾਅਦ ਪੇਮੈਂਟ ਆ ਜਾਏਗੀ, ਤਾਂ ਉਸ ਚੀਜ਼ ਨੂੰ ਲੈ ਕੇ ਚੱਲਣਾ ਆਪਾਂ ਨੇ। ਅਕਰੂਲ ਕੰਸੈਪਟ ਇਹ ਕਹਿੰਦਾ। ਅਗਲਾ, ਹੁਣ ਤੁਹਾਨੂੰ ਮੈਂ ਅਕਾਊਂਟਿੰਗ ਕੁਐਸਚਨ ਦੱਸੀ ਸੀ, ਮੈਨੂੰ ਦੱਸ ਸਕਦਾ ਅਕਾਊਂਟਿੰਗ ਕੁਐਸਚਨ ਜੇ ਤੁਹਾਨੂੰ ਪੜ੍ਹੀ ਹੈ ਸਹੀ ਤਰੀਕੇ ਨਾਲ ਤਾਂ ਇਸ ਵਿੱਚੋਂ ਕਿਹੜੀ ਕੁਐਸਚਨ ਤੁਹਾਨੂੰ ਬਿਲਕੁਲ ਸਹੀ ਕਰੈਕਟ ਲੱਗ ਰਹੀ ਹੈ? एसेट इक्वल टू ओनर्स इक्विटी आएगा, एसेट्स इक्वल टू लायबिलिटी प्लस ओनर्स इक्विटी आएगा, एसेट्स इक्वल टू लायबिलिटी माइनस ओनर्स इक्विटी आएगा, एसेट प्लस लायबिलिटीज इक्वल टू ओनर्स इक्विटी आएगा। ਇਹਦਾ ਆਨਸਰ ਕੀ ਆ ਜਾਏਗਾ ਆਪਣਾ ਬੀ ਆਪਸ਼ਨ। ਐਸੈਟ ਚ ਕਿਹੜੇ ਐਸੈਟ ਆ ਜਾਂਦੇ? ਕਰੰਟ ਐਸੈਟ, ਫਿਕਸਡ ਐਸੈਟ ਆ ਜਾਂਦੇ। ਲਾਇਬਿਲਿਟੀ ਦੇਣਦਾਰੀ ਕਿਹੜੀ ਆ ਜਾਂਦੀ? ਕਰੰਟ ਲਾਇਬਿਲਿਟੀ ਤੇ ਫਿਕਸਡ ਲਾਇਬਿਲਿਟੀ, ਮਤਲਬ ਫਿਕਸ ਤਾਂ ਨਹੀਂ ਕਹਾਂਗਾ, ਲੌਂਗ ਟਰਮ ਲਾਇਬਿਲਿਟੀ ਆ ਜਾਂਦੀ ਹੈ। ऑनर्स इक्विटी की होंगी है? पूंजी होंगी है, कैपिटल होंगी है। डन। इसके बराबर रखनी होंगी, एसेट के बराबर होंगी है, इनू कहते हैं अकाउंटिंग इक्वेशन। तो कोई भी ट्रांजैक्शन होएगी इन्होंने दोनों च फर्क पेगा, जरूरी नहीं है कि इको पास ही फर्क पवे, दोनों पास भी फर्क पै सकता। डन। ओके। जिवें सपोज करो इसका किवें मैं एग्जाम्पल लगा सकदा, जे मान लो तुसीं कोई एसेट परचेस किया है, कोई फर्नीचर परचेस किया मगर क्रेडिट तो किया तो तुहाडा एसेट तो इनक्रीज हो गया क्योंकि तुहाडा फर्नीचर लिता तुहाने बिजनेस लई, मगर तुहाडी लायबिलिटी भी इनक्रीज हो गई, पिया ना दोनों पासे फर्क।
ਤਾਂ ਜੇ ਤੁਸੀਂ ਐਸੈਟ 'ਚ ਕੁਝ ਪਲੱਸ ਕਰੋਗੇ ਤਾਂ ਉਰੇ ਵੀ ਤੁਹਾਨੂੰ ਲਾਇਬਿਲਿਟੀ 'ਚ ਵੀ ਪਲੱਸ ਕਰਨਾ, ਲਾਇਬਿਲਿਟੀ ਦਿਖਾਣੀ ਪੈਣੀ ਹੈ, ਤਾਂ ਹੀ ਇਕੁਅਲ ਟੂ ਹੋਏਗਾ। ਬੈਲੈਂਸ ਬਣਾ ਕੇ ਰੱਖਣਾ ਹਮੇਸ਼ਾ। ਅਗਲਾ ਕੁਐਸਚਨ ਕਹਿੰਦਾ ਕਿਹੜਾ ਐਸਾ ਕੰਸੈਪਟ ਜੋ ਸੈਟੀਸਫਾਈ ਕਰਦਾ ਵੈਲਿਊਏਸ਼ਨ ਕ੍ਰਾਈਟੇਰੀਆ ਨੂੰ। ਆਪਾਂ ਨੇ ਕਿਸੇ ਵੀ ਚੀਜ਼ ਦੀ ਵੈਲਿਊਏਸ਼ਨ ਕਰਨੀ ਹੈ, ਉਹਦੇ ਲਈ ਕਿਹੜੇ ਕਿਹੜੇ ਕੰਸੈਪਟ ਜਿਹੜੇ ਆ ਉਹ ਸੈਟੀਸਫਾਈ ਕਰਦੇ ਨੇ, ਯਾਨੀ ਕਿ ਉਹ ਸਹੀ ਤਰੀਕੇ ਨਾਲ ਮਤਲਬ ਮੈਚ ਕਰਦੇ ਨੇ ਕਿ ਹਾਂ ਭਾਈ ਇਹ ਕੰਸੈਪਟ ਐਕਚੁਅਲ 'ਚ ਇਹ ਕਹਿੰਦੇ ਨੇ ਕਿ ਅਸੀਂ ਵੈਲਿਊਏਸ਼ਨ ਕਰਨੀ ਹੈ ਕਿਸੇ ਵੀ ਥਿੰਕ ਦੀ, ਕਿਸੇ ਵੀ ਪ੍ਰੋਡਕਟ ਦੀ, ਕਿਸੇ ਵੀ ਸਟਾਕ ਦੀ। ਕਿਹੜੇ ਕਿਹੜੇ ਕੰਸੈਪਟ ਕਹਿੰਦੇ ਨੇ ਵੈਲਿਊਏਸ਼ਨ ਕਰਨ ਦੇ? ਇਹਦਾ ਆਨਸਰ ਆ ਜਾਏਗਾ ਆਪਣਾ ਏ ਆਪਸ਼ਨ। ਠੀਕ ਹੈ, ਰਿਲਾਈਜੇਸ਼ਨ ਤੁਹਾਨੂੰ ਪਤਾ ਹੀ ਹੈ, ਓਕੇ, ਕੋਸਟ ਵੀ ਪਤਾ ਤੁਹਾਨੂੰ, ਗੋਇੰਗ ਕੰਸਰਨ ਵੀ ਪਤਾ ਹੈ। ਸੋ ਇਹਦਾ ਆਨਸਰ ਕੀ ਆ ਜਾਏਗਾ ਆਪਣਾ ਏ ਆਪਸ਼ਨ। ਅਗਲਾ ਕੁਐਸਚਨ ਦੇਖੋ, ਕਹਿੰਦੇ ਐਸਾ ਪ੍ਰੋਸੈਸ ਜਿਸ ਵਿੱਚ ਆਪਣੀ ਫਾਈਨੈਂਸ਼ੀਅਲ ਡਾਟਾ ਨੂੰ ਆਪਾਂ ਰਿਕਾਰਡ ਕਰਦੇ ਹਾਂ ਅਪ ਟੂ ਟ੍ਰਾਇਲ ਬੈਲੈਂਸ। ਜਦ ਤੱਕ ਆਪਣਾ ਟ੍ਰਾਇਲ ਬੈਲੈਂਸ ਨਹੀਂ ਬਣਦਾ ਉਦੋਂ ਤੱਕ ਜੋ ਵੀ ਆਪਾਂ ਰਿਕਾਰਡਿੰਗ ਕਰਦੇ ਹਾਂ ਫਾਈਨੈਂਸ਼ੀਅਲ ਡਾਟਾ ਦੀ, ਹੈ ਨਾ, ਉਹਨੂੰ ਰਿਕਾਰਡ ਕਰਦੇ ਜਾਂਦੇ ਹਾਂ, ਤਾਂ ਉਸ ਚੀਜ਼ ਨੂੰ ਆਪਾਂ ਕੀ ਕਹਿੰਦੇ ਹਾਂ? ਸਿਰਫ ਟ੍ਰਾਇਲ ਬੈਲੈਂਸ ਤੱਕ, ਹਲੇ ਫਾਈਨੈਂਸ਼ੀਅਲ ਸਟੇਟਮੈਂਟ ਨਹੀਂ ਬਣਾਈਆਂ, ਸਿਰਫ ਟ੍ਰਾਇਲ ਬੈਲੈਂਸ ਤੱਕ। ਯਾਨੀ ਕਿ ਕੀ ਮਤਲਬ ਹੋ ਗਿਆ? ਜਰਨਲ ਡਨ, ਉਸ ਤੋਂ ਬਾਅਦ ਆਪਣਾ ਆਏਗਾ ਲੈਜਰ, ਉਸ ਤੋਂ ਬਾਅਦ ਕੀ ਆ ਗਿਆ ਆਪਣਾ ਦੱਸੋ? ਟ੍ਰਾਇਲ ਬੈਲੈਂਸ, ਹੈ ਨਾ। ਉਦੋਂ ਤੱਕ ਜਿਹੜਾ ਵੀ ਫਾਈਨੈਂਸ਼ੀਅਲ ਡਾਟਾ ਆਪਾਂ ਰਿਕਾਰਡ ਕਰ ਰਹੇ ਹਾਂ ਉਹਨੂੰ ਆਪਾਂ ਕੀ ਕਹਿੰਦੇ ਹਾਂ? ਉਹਨੂੰ ਆਪਾਂ ਬੁੱਕ ਕੀਪਿੰਗ ਕਹਿੰਦੇ ਹਾਂ। ਕੀ ਕਹਿੰਦੇ ਆ? ਬੁੱਕ ਕੀਪਿੰਗ ਕਹਿੰਦੇ ਆ। ਉਸ ਤੋਂ ਬਾਅਦ ਇਹਨਾਂ ਚਾਰਾਂ ਸਟੇਟਮੈਂਟ ਨੂੰ ਧਿਆਨ ਨਾਲ ਪੜ੍ਹੋ, ਮੈਨੂੰ ਦੱਸੋ ਕਿਹੜੀ ਸਟੇਟਮੈਂਟ ਤੁਹਾਨੂੰ ਗਲਤ ਲੱਗ ਰਹੀ ਹੈ, ਰੋਂਗ ਕਿਹੜੀ ਹੈ ਸਟੇਟਮੈਂਟ? ਹੁਣ ਜਿੰਨੇ ਵੀ ਆਪਣੇ ਰੀਅਲ ਅਕਾਊਂਟ ਹੈ, ਯਾਨੀ ਕਿ ਐਸੈਟ ਨਾਲ ਰਿਲੇਟਡ, ਤੇ ਪਰਸਨਲ ਮਤਲਬ ਲਾਇਬਿਲਿਟੀ ਵੀ ਹੋ ਸਕਦੀ ਹੈ, ਕੋਈ ਬੈਂਕ ਅਕਾਊਂਟ ਹੋ ਸਕਦਾ, ਕੋਈ ਆਪਣਾ ਕੋਈ ਕੰਪਨੀ ਦਾ ਅਕਾਊਂਟ ਹੋ ਸਕਦਾ। ਤੇ ਕਹਿੰਦੇ ਦੋਨੋਂ ਚੀਜ਼ਾਂ, ਇਹਨਾਂ ਵਿੱਚ ਜਿਹੜੇ ਵੀ ਅਕਾਊਂਟਸ ਆ ਰਹੇ ਨੇ ਉਹ ਸਿੱਧਾ ਟ੍ਰਾਂਸਫਰ ਚਲੇ ਜਾਂਦੇ ਨੇ ਬੈਲੈਂਸ ਸ਼ੀਟ ਵਿੱਚ। ਇਹ ਤਾਂ ਸੱਚ ਹੈ। ਤੁਸੀਂ ਬੈਲੈਂਸ ਸ਼ੀਟ ਦੇਖਦੇ ਹੋ ਤਾਂ ਤੁਸੀਂ ਜਦੋਂ ਕ੍ਰੈਡਿਟ ਸਾਈਡ ਦੇਖਦੇ ਹੋ ਆਪਣੀ, ਤਾਂ ਸਾਰੇ ਐਸੈਟ ਪੇ ਨਹੀਂ ਹੁੰਦੇ। ਚਲੋ ਬੈਲੈਂਸ ਸ਼ੀਟ 'ਤੇ ਕੋਈ ਕ੍ਰੈਡਿਟ ਸਾਈਡ ਨਹੀਂ ਹੁੰਦੀ, ਦੋਨਾਂ ਦੀ ਲਾਇਬਿਲਿਟੀ ਤੇ ਐਸੈਟ ਸਾਈਡਸ ਹੀ ਹੁੰਦੀ ਹੈ, ਪਰ ਤੁਸੀਂ ਐਸੈਟ ਸਾਈਡ ਦੇਖਦੇ ਹੋ ਤਾਂ ਰੀਅਲ ਅਕਾਊਂਟ ਵਾਲੇ ਸਾਰੇ ਐਸੈਟ ਉੱਥੇ ਪੇ ਨਹੀਂ ਹੁੰਦੇ, ਪੇ ਹੁੰਦੇ ਆ ਨਾ। ਤੇ ਪਰਸਨਲ ਅਕਾਊਂਟ 'ਚ ਲਾਇਬਿਲਿਟੀ ਵੀ ਹੋ ਸਕਦੀ ਹੈ, ਕੋਈ ਪਰਸਨ ਜਿੰਨੇ ਤੁਹਾਨੂੰ ਸੋਰੀ ਮਾਫ ਕਰਨਾ, ਜਿੰਨੇ ਤੁਸੀਂ ਉਹਨੂੰ ਪੇਮੈਂਟ ਕਰਨੀ ਹੈ ਤਾਂ ਉਹ ਲਾਇਬਿਲਿਟੀ ਵੀ ਤਾਂ ਹੋ ਸਕਦੀ ਹੈ। ਬੈਂਕ ਲੋਨ ਹੋ ਗਿਆ, ਹੈ ਨਾ, ਉਹ ਕਿੱਥੇ ਚਲਾ ਜਾਂਦਾ ਬੈਲੈਂਸ ਸ਼ੀਟ ਦੀ? ਉਹ ਲਾਇਬਿਲਿਟੀ ਸਾਈਡ ਚਲਾ ਜਾਂਦਾ। ਤੇ ਇਹ ਤਾਂ ਆਪਸ਼ਨ ਠੀਕ ਹੈ। ਨੋਮੀਨਲ ਅਕਾਊਂਟ ਜਿਹੜੇ ਨੇ ਉਹ ਪੀਐਨਐਲ ਅਕਾਊਂਟ 'ਚ ਚਲੇ ਜਾਂਦੇ ਨੇ, ਸਾਫ਼ ਜੀ ਗੱਲ, ਕਿਉਂਕਿ ਨੋਮੀਨਲ ਅਕਾਊਂਟ 'ਚ ਆਪਾਂ ਖਰਚਿਆਂ ਬਾਰੇ ਗੱਲਾਂ ਆਖਦੇ ਹਾਂ, ਲੋਸਿਸ ਬਾਰੇ ਗੱਲਾਂ ਆਖਦੇ ਹਾਂ, ਤੇ ਪ੍ਰੋਫਿਟ ਬਾਰੇ ਗੱਲਾਂ ਆਖਦੇ ਹਾਂ। ਡੈਬਿਟ ਆਲ ਐਕਸਪੈਂਸਿਸ ਐਂਡ ਲੋਸਿਸ, ਕ੍ਰੈਡਿਟ ਆਲ ਇਨਕਮਸ ਐਂਡ ਗੇਨਸ। ਤੇ ਲੈਜਰ ਵਿੱਚ ਆਪਾਂ ਹਰੇਕ ਅਕਾਊਂਟ ਸੈਪਰੇਟਲੀ ਓਪਨ ਕਰਦੇ ਹਾਂ, ਇਹ ਵੀ ਗੱਲ ਸਹੀ ਹੈ। ਕਿਆ ਰੈਂਟ ਜਿਹੜਾ ਹੈ, ਪੂਰੇ ਦੇਖੋ ਧਿਆਨ ਨਾਲ, ਕਿਆ ਰੈਂਟ ਜਿਹੜਾ ਪਰਸਨਲ ਅਕਾਊਂਟ ਹੈ? ਮੈਂ ਤੁਹਾਨੂੰ ਕੱਲ੍ਹ ਸਮਝਾਇਆ ਸੀ ਪਰਸੋਂ, ਆਈ ਥਿੰਕ। ਰੈਂਟ ਇੱਕ ਖਰਚਾ ਹੈ, ਕਦੀ ਪਰਸਨਲ ਅਕਾਊਂਟ ਨਹੀਂ ਹੋਏਗਾ, ਨੋਮੀਨਲ ਅਕਾਊਂਟ ਹੋਏਗਾ। ਸਮਝ ਗਏ? ਆਊਟਸਟੈਂਡਿੰਗ ਜਿਹੜਾ ਰੈਂਟ ਹੈ ਉਹ ਪਰਸਨਲ ਅਕਾਊਂਟ ਹੈ। ਜਿਵੇਂ ਆਊਟਸਟੈਂਡਿੰਗ ਐਕਸਪੈਂਸਿਸ ਹੋ ਗਏ, ਹੈ ਨਾ, ਇਹ ਕੀ ਹੋ ਜਾਣਗੇ? ਆਪਣਾ ਪਰਸਨਲ ਅਕਾਊਂਟ ਹੋ ਜਾਣਗੇ। ਧਿਆਨ ਰੱਖਣਾ, ਜੇ ਇਕੱਲਾ ਰੈਂਟ ਹੁੰਦਾ ਤਾਂ ਉਹ ਨੋਮੀਨਲ ਅਕਾਊਂਟ ਹੁੰਦਾ, ਜੇ ਆਊਟਸਟੈਂਡਿੰਗ ਰੈਂਟ ਹੈ ਉਹ ਪਰਸਨਲ ਅਕਾਊਂਟ ਹੋ ਜਾਏਗਾ। ਮਗਰ ਉਰੇ ਉਲਟਾ ਲਿਖਿਆ ਹੋਇਆ ਹੈ, ਰੈਂਟ ਕੀ ਹੈ? ਨੋਮੀਨਲ ਅਕਾਊਂਟ ਹੈ, ਤੇ ਆਊਟਸਟੈਂਡਿੰਗ ਰੈਂਟ ਕੀ ਹੈ? ਪਰਸਨਲ ਅਕਾਊਂਟ ਹੈ। ਸੋ ਇਸ ਕਰਕੇ ਇਹ ਜਿਹੜੀ ਸਟੇਟਮੈਂਟ ਹੈ ਇਹ ਰੋਂਗ ਹੈ। ਸੋ ਡੀ ਆਂਸਰ ਆ ਜਾਏਗਾ। ਡਨ। ਅਗਲਾ ਕੁਐਸਚਨ ਕਹਿੰਦੇ ਦ ਪ੍ਰੋਪਰਾਈਟਰ ਆਫ ਦ ਬਿਜ਼ਨਸ ਇਜ਼ ਟ੍ਰੀਟਡ ਹੈਜ਼ ਦ ਕ੍ਰੈਡੀਟਰ ਫॉर ਦ ਕੈਪੀਟਲ ਇੰਟਰੋਡਿਊਸ ਬਾਈ ਹਿਮ ਡਿਊ ਟੂ ਦ ਡੈਸ਼ ਕੰਸੈਪਟ। ਕਹਿੰਦੇ ਜਿਹੜਾ ਵੀ ਬਿਜ਼ਨਸ ਦਾ ਓਨਰ ਹੈ, ਪ੍ਰੋਪਰਾਈਟਰ ਹੈ ਜਿਹੜਾ, ਉਹ ਕੈਪੀਟਲ ਲੈ ਕੇ ਆ ਰਿਹਾ, ਠੀਕ ਹੈ, ਤਾਂ ਉਹਨੂੰ ਆਪਾਂ ਇੱਕ ਤਰੀਕੇ ਨਾਲ ਕ੍ਰੈਡੀਟਰ ਕਹਾਂਗੇ। ਠੀਕ ਹੈ, ਮਤਲਬ ਕਿ ਜੇ ਉਹ ਪੈਸਾ ਲੈ ਕੇ ਆ ਰਿਹਾ ਹੈ ਤਾਂ ਉਹ ਇੱਕ ਤਰੀਕੇ ਨਾਲ ਕ੍ਰੈਡੀਟਰ ਹੈ, ਉਹਦਾ ਮਾਲਕ ਨਹੀਂ ਹੈ ਬਿਜ਼ਨਸ ਦਾ। ਪ੍ਰੋਪਰਲੀ ਜੇ ਅਕਾਊਂਟ ਦੇ ਤਰੀਕੇ ਨਾਲ, ਯਾਨੀ ਕਿ ਕ੍ਰੈਡੀਟਰ ਹੀ ਮੰਨਿਆ ਜਾਏਗਾ ਉਹ। ਤਾਂ ਉਹ ਕਿਹੜਾ ਕੰਸੈਪਟ ਕਹਿੰਦਾ ਹੈ? ਮਨੀ ਮੈਨੇਜਮੈਂਟ ਕੰਸੈਪਟ ਇਸ ਬਾਰੇ ਗੱਲ ਆਖਦਾ ਹੈ, ਕੋਜ਼ ਕੰਸੈਪਟ ਆਖਦਾ ਹੈ, ਐਂਟੀਟੀ ਕੰਸੈਪਟ ਆਖਦਾ ਹੈ, ਡਿਊਰ ਕੰਸੈਪਟ ਆਖਦਾ ਹੈ। ਮਤਲਬ ਕਿ ਜੇ ਬਿਜ਼ਨਸ ਵਿੱਚ ਕੋਈ ਪੈਸਾ ਲਗਾ ਰਿਹਾ ਓਨਰ, ਤਾਂ ਇਸਦਾ ਮਤਲਬ ਇਹ ਨਹੀਂ ਹੈ ਕਿ ਉਸ ਪੈਸੇ ਲਗਾਏ ਦਾ ਮਤਲਬ ਉਹ ਬਣ ਗਿਆ, ਮਾਲਕ ਬਣ ਗਿਆ। ਉਹ ਬਿਜ਼ਨਸ ਦੇ ਹਿਸਾਬ ਨਾਲ ਹੀ ਸੋਚੇਗਾ, ਤਾਂ ਹਮੇਸ਼ਾ ਉਹ ਲਾਇਬਲ ਰਹੇਗਾ ਬਿਜ਼ਨਸ ਲਈ। ਕਿਉਂ ਲਾਇਬਲ ਰਹੇਗਾ? ਐਗਜ਼ਾਮਪਲ ਸੋਚੋ ਕਿਵੇਂ ਲਾਇਬਲ ਰਹੇਗਾ। ਆਪਾਂ ਜਦੋਂ ਗੱਲ ਕਰਦੇ ਸੀ ਪਰਸਨਲ ਦੀ, ਐਕਸਪੈਂਸਿਸ ਦੀ, ਡਰਾਇੰਗਸ ਦੀ ਗੱਲ ਆਖਦੇ ਸੀ, ਕਿਆ ਕੈਪੀਟਲ 'ਚੋਂ ਮਾਈਨਸ ਨਹੀਂ ਹੁੰਦੀਆਂ? ਹੁੰਦੀ ਹੈ ਨਾ। ਤੇ ਕੀ ਚੀਜ਼ ਦਿਖਾ ਰਿਹਾ? ਇਹ ਚੀਜ਼ ਇਹ ਦਿਖਾ ਰਿਹਾ ਕਿ ਜਿਹੜਾ ਪ੍ਰੋਪਰਾਈਟਰ ਹੈ ਉਹ ਕ੍ਰੈਡੀਟਰ ਮੰਨਿਆ ਜਾਂਦਾ ਹੈ। ਜੇ ਭਾਵੇਂ ਉਹ ਪੂੰਜੀ ਲੈ ਕੇ ਆ ਰਿਹਾ ਬਿਜ਼ਨਸ ਵਿੱਚ, ਤਾਂ ਕਿਹੜਾ ਕੰਸੈਪਟ ਇਸ ਬਾਰੇ ਪ੍ਰੋਪਰਲੀ ਇਸ ਬਾਰੇ ਡੈਫੀਨੇਸ਼ਨ ਦਿੰਦਾ ਹੈ, ਦੱਸਦਾ ਇਸ ਦੇ ਬਾਰੇ, ਜਿਸ ਦੇ ਆਧਾਰ 'ਤੇ ਆਪਾਂ ਇਸ ਚੀਜ਼ ਨੂੰ ਮੰਨ ਕੇ ਅੱਗੇ ਲੈ ਕੇ ਚੱਲਦੇ ਹਾਂ? ਉਹ ਆਖਦਾ ਹੈ ਬਿਜ਼ਨਸ ਐਂਟੀਟੀ ਕੰਸੈਪਟ। ਸੀ ਆਪਸ਼ਨ ਆ ਜਾਏਗਾ। ਅਗਲਾ ਕੁਐਸਚਨ,
ਵਿਚ ਅਕਾਊਂਟ ਕੰਸੈਪਟ ਸਪੈਸੀਫਾਈ ਦੀ ਪ੍ਰੈਕਟਿਸ ਆਫ ਕ੍ਰੈਡਿਟਿੰਗ ਦੀ ਕਲੋਜ਼ ਅਕਾਊਂਟ ਟੂ ਦਾ ਟ੍ਰੇਡਿੰਗ ਅਕਾਊਂਟ। ਮੈਨੂੰ ਦੱਸ ਸਕਦਾ ਹੈ ਕਿਹੜਾ ਕੰਸੈਪਟ ਕਹਿ ਰਹੇ? ਉਹ ਇਹ ਕਹਿਣਾ ਚਾਹ ਰਹੇ ਨੇ ਕਿ ਆਪਾਂ ਕਿਹੜੇ ਐਸੇ ਕੰਸੈਪਟ ਦੇ ਆਧਾਰ 'ਤੇ ਆਪਣੇ ਕਲੋਜ਼ਿੰਗ ਸਟੋਕ ਨੂੰ ਆਪਾਂ ਟ੍ਰੇਡਿੰਗ ਅਕਾਊਂਟ ਦੇ ਕ੍ਰੈਡਿਟ ਸਾਈਡ ਦਿਖਾਉਂਦੇ ਹਾਂ, ਕਿਹੜੇ ਕੰਸੈਪਟ ਦੇ ਮੁਤਾਬਿਕ ਦਿਖਾਉਂਦੇ ਹਾਂ? ਕੋਸਟ ਕੰਸੈਪਟ ਦੇ, ਰਿਲਾਈਜੇਸ਼ਨ ਕੰਸੈਪਟ ਦੇ, ਗੋਇੰਗ ਕੰਸਰਨ, ਮੈਚਿੰਗ। ਇਹਦਾ ਆਨਸਰ ਕੀ ਆ ਜਾਏਗਾ ਆਪਣਾ? ਮੈਚਿੰਗ ਕੰਸੈਪਟ। ਇਹ ਕੀ ਕਹਿੰਦਾ ਹੈ ਕਿ ਇਸ ਸਾਲ ਦੀ ਜਿੰਨਾ ਸਟਾਕ ਬਣਦਾ ਸੀ, ਜਿੰਨਾ ਸਟਾਕ ਰਿਮੇਨਿੰਗ ਰਹਿ ਗਿਆ, ਜਿੰਨੀ ਸੇਲ ਹੋਈ ਹੈ, ਜਿੰਨੀ ਪਰਚੇਸ ਕੀਤੀਆਂ, ਉਹ ਸਾਰਾ ਕੁਝ ਸ਼ੋ ਕਰਨਾ ਆਪਾਂ ਨੇ। ਤਾਂ ਇਹ ਆ ਜਾਏਗਾ ਆਪਣਾ ਡੀ ਆਪਸ਼ਨ। ਠੀਕ ਹੈ, ਤੇ ਬਾਕੀ ਵੀ ਦੇਖ ਲਓ ਤੁਸੀਂ। ਕੋਸਟ ਕੰਸੈਪਟ ਤੁਹਾਨੂੰ ਮੈਂ ਦੱਸ ਹੀ ਚੁੱਕਾ, ਰਿਲਾਈਜੇਸ਼ਨ ਵੀ ਦੱਸ ਚੁੱਕਾ, ਗੋਇੰਗ ਕੰਸਰਨ ਵੀ ਦੱਸ ਚੁੱਕਾ। ਡਨ। ਉਸ ਤੋਂ ਬਾਅਦ ਅੱਗੇ ਦੇਖੋ, ਕਹਿੰਦੇ ਹਿਊਮਨ ਰਿਸੋਰਸਿਸ ਉਹ ਬੈਲੈਂਸ ਸ਼ੀਟ 'ਚ ਅਪੀਅਰ ਨਹੀਂ ਹੁੰਦੇ। ਜਿਵੇਂ ਕੋਈ ਵੀ ਹਿਊਮਨ ਰਿਸੋਰਸ ਹੈ, ਜਿਵੇਂ ਕਿਸੇ ਦੀ ਆਪਾਂ ਟ੍ਰੇਨਿੰਗ ਕਰਵਾਈ ਹੈ, ਠੀਕ ਹੈ, ਉਸਦੇ ਰਿਮਾਰਕਸ ਅੱਛੇ ਹੈ, ਇਹਨਾਂ ਚੀਜ਼ਾਂ ਬਾਰੇ ਜਾਣਕਾਰੀ ਆਪਾਂ ਕਦੇ ਵੀ ਬੈਲੈਂਸ ਸ਼ੀਟ 'ਚ ਗੱਲਾਂ ਨਹੀਂ ਆਖਦੇ। ਉਹਦੀ ਕੁਆਲਿਟੇਟਿਵ ਨੇਚਰ ਦੀ ਚੀਜ਼ਾਂ ਆਪਾਂ ਕਦੇ ਵੀ ਬੈਲੈਂਸ ਸ਼ੀਟ 'ਚ ਨਹੀਂ ਆਖਦੇ। ਕਿਹੜਾ ਕੰਸੈਪਟ ਕਹਿੰਦਾ? ਕਰੂਲ, ਗੋਇੰਗ ਕੰਸਰਨ, ਮਨੀ ਮੇਜਰਮੈਂਟ, ਨਨ। ਕਿਉਂ ਨਹੀਂ ਪਾਉਂਦੇ ਆਪਾਂ? ਕਿਸ ਕੰਸੈਪਟ ਕਰਕੇ ਨਹੀਂ ਪਾਉਂਦੇ ਆਪਾਂ? ਇਹਦਾ ਆਨਸਰ ਆ ਜਾਏਗਾ ਆਪਣਾ ਸੀ ਆਪਸ਼ਨ। ਮਨੀ ਮੇਜਰਮੈਂਟ ਸਾਫ ਨਾਮ ਤੋਂ ਸਮਝ ਆ ਰਿਹਾ ਹੈ, ਜੇ ਕੋਈ ਵੀ ਚੀਜ਼ ਲੈ ਕੇ ਜਾਣੀ ਹੈ ਮਨੀ ਨੂੰ ਆਧਾਰ ਬਣਾਉਣਾ ਆਪਾਂ ਨੇ। ਠੀਕ ਹੈ, ਹੁਣ ਇਹਨਾਂ ਚਾਰਾਂ ਵਿੱਚੋਂ ਕਿਹੜਾ ਰੀਅਲ ਅਕਾਊਂਟ ਨਹੀਂ ਹੈ? ਰੀਅਲ ਅਕਾਊਂਟ 'ਚ ਕੀ ਆਉਂਦੇ ਆ? ਐਸੈਟਸ ਆਉਂਦੇ ਆ। ਤਾਂ ਤੁਸੀਂ ਮੈਨੂੰ ਦੱਸ ਸਕਦਾ ਇਸ 'ਚੋਂ ਕਿਹੜਾ ਰੀਅਲ ਅਕਾਊਂਟ ਨਹੀਂ ਹੈ? ਕੈਸ਼ ਕੀ ਹੈ ਆਪਣਾ? ਕਰੰਟ ਐਸੈਟ ਹੈਗਾ ਨਹੀਂ ਹੈਗਾ? ਇਨਵੈਸਟਮੈਂਟ ਕੀ ਹੋ ਸਕਦੀ ਹੈ? ਕਰੰਟ ਵੀ ਹੋ ਸਕਦੀ ਹੈ ਤੇ ਫਿਕਸ ਵੀ ਹੋ ਸਕਦੀ ਹੈ। ਪਰਚੇਸਿਸ ਕੀ ਹੈ ਆਪਣੇ? ਕਰੰਟ ਐਸੈਟ। ਇਹਨਾਂ ਨੂੰ ਆਪਾਂ ਪਰਚੇਸਿਸ ਨੂੰ, ਕੈਸ਼ ਨੂੰ ਕਰੰਟ ਕਿਉਂ ਮੰਨ ਰਹੇ ਆਪਾਂ? ਕਿਉਂਕਿ ਵੱਧਦੇ ਘਟਦੇ ਰਹਿੰਦੇ ਨੇ। ਮਾਲ ਜਿਹੜਾ ਅੱਜ ਇੰਨਾ ਆਇਆ, ਕੱਲ੍ਹ ਨੂੰ ਸੇਲ ਵੀ ਹੋ ਜਾਣਾ ਹੈ ਨਾ, ਤਾਂ ਇਹ ਵੱਧਦਾ ਘਟਦਾ ਰਹੇਗਾ, ਇਸ ਕਰਕੇ ਉਹ ਕਰੰਟ ਐਸੈਟ ਹੈ। ਇਹਨੂੰ ਐਸੈਟ ਕਿਉਂ ਕਹਿੰਦੇ ਆਪਾਂ? ਕਿਉਂਕਿ ਇਸ ਦੇ ਯੂਜ਼ ਨਾਲ ਹੀ ਆਪਾਂ ਅੱਗੋਂ ਰੈਵਨਿਊ ਜਨਰੇਟ ਕਰਦੇ ਹਾਂ। ਤਾਂ ਇਹਦਾ ਆਨਸਰ ਕੀ ਆ ਰਿਹਾ ਆਪਣਾ? ਸੀ ਆਪਸ਼ਨ। ਆਊਟਸਟੈਂਡਿੰਗ ਰੈਂਟ ਕੀ ਹੈ ਆਪਣਾ? ਦੱਸੋ ਮੈਨੂੰ। ਪਰਸਨਲ ਅਕਾਊਂਟ, ਨਾ ਕਿ ਰੀਅਲ ਅਕਾਊਂਟ। ਸੋ ਸੀ ਆਪਸ਼ਨ ਆ ਜਾਏਗਾ। ਅਗਲਾ ਕੁਐਸਚਨ, ਜਿਹੜੀਆਂ ਸਮੋਲ ਆਈਟਮਸ ਹੈ, ਪੈਨਸਿਲਸ ਹੈ, ਪੈਨਸ ਹੈ, ਫਾਈਲਸ ਹੈ, ਇਹ ਆਪਾਂ ਰਿਟਰਨ ਆਫ ਕਰਦੇ ਹਾਂ ਹਰ ਇੱਕ ਸਾਲ। ਤਾਂ ਕਿਸ ਕੰਸੈਪਟ ਦੇ ਆਧਾਰ 'ਤੇ ਕਰਦੇ ਹਾਂ? ਕੋਈ ਦੱਸ ਸਕਦਾ ਮੈਨੂੰ? ਤੁਹਾਨੂੰ ਹਾਲੇ ਕੱਲ੍ਹ ਹੀ ਕਰਾਇਆ ਮੈਂ, ਸੇਮ ਹੀ ਹੈ, ਮਤਲਬ ਮੈਂ ਤੁਹਾਨੂੰ ਪੂਰਾ ਕੰਸੈਪਟ ਕਰਾਇਆ, ਉਸੇ ਤਰ੍ਹਾਂ ਦਾ ਕੁਐਸਚਨ ਆ ਗਿਆ ਤੁਹਾਡੇ ਸਾਹਮਣੇ। ਜੇ ਉਰੇ ਵੀ ਤੁਸੀਂ ਗਲਤ ਕਰ ਗਏ ਫਿਰ ਤੁਹਾਡੇ ਲਈ ਔਖਾ ਹੈ। ਇਹਦਾ ਆਨਸਰ ਆ ਜਾਏਗਾ ਆਪਣਾ ਏ ਆਪਸ਼ਨ, ਮਟੀਰੀਅਲਿਟੀ ਕੰਸੈਪਟ। ਡਨ। ਓਕੇ, ਅਗਲਾ ਕੁਐਸਚਨ, ਹੁਣ ਬਿਜ਼ਨਸ ਐਂਟਰਪ੍ਰਾਈਜ਼ ਸੈਪਰੇਟ ਹੋ ਜਾਂਦਾ ਹੈ, ਠੀਕ ਹੈ, ਓਨਰ ਤੋਂ, ਕਿ ਬਿਜ਼ਨਸ ਅਲੱਗ ਚੀਜ਼ ਹੈ ਤੇ ਓਨਰ ਅਲੱਗ ਚੀਜ਼ ਹੈ। ਇਹ ਤਾਂ ਹੁਣ ਮੈਂ ਕਿੰਨੀ ਵਾਰੀ ਦੱਸ ਚੁੱਕਾ ਤੁਹਾਨੂੰ। ਤੁਸੀਂ ਮੈਨੂੰ ਦੱਸੋ ਇਹ 'ਚ ਕਿਹੜਾ ਕੰਸੈਪਟ ਲੱਗੇਗਾ? ਇਹ 'ਚ ਕੰਸੈਪਟ ਲੱਗੇਗਾ ਆਪਣਾ ਐਨਿਟੀ ਕੰਸੈਪਟ ਲੱਗੇਗਾ। ਕਿਹੜਾ ਕੰਸੈਪਟ ਲੱਗੇਗਾ? ਐਨਿਟੀ ਕੰਸੈਪਟ ਲੱਗੇਗਾ। ਦੈਨ ਮੈਚਿੰਗ ਕੰਸੈਪਟ ਕੀ ਕਹਿੰਦਾ? ਕਿ ਇਸ ਸਾਲ ਜਿੰਨੇ ਵੀ ਤੁਹਾਡੀ ਟ੍ਰਾਂਜੈਕਸ਼ਨਸ ਹੋਈਆਂ, ਉਹਦੇ ਬਿਹਾਫ ਤੋਂ ਜਿੰਨੇ ਐਕਸਪੈਂਸਿਸ ਹੋਏ ਤੇ ਜਿਹੜੇ ਇਨਕਮਸ ਹੋਈਆਂ, ਉਹ ਦੋਨੋਂ ਸ਼ੋ ਕਰਨੀਆਂ, ਅਗਲੇ ਸਾਲ ਨਹੀਂ ਲੈ ਕੇ ਚੱਲੇ ਜਾਣਾ। ਮੈਚਿੰਗ ਕੰਸੈਪਟ ਇਹ ਕਹਿੰਦਾ। ਡਿਊਅਲ ਐਸਪੈਕਟ ਕੀ ਕਹਿੰਦਾ? ਕਿ ਕਦੇ ਵੀ ਕੋਈ ਟ੍ਰਾਂਜੈਕਸ਼ਨ ਦਾ ਇੱਕ ਇਫੈਕਟ ਨਹੀਂ ਹੋਏਗਾ, ਦੋ ਤਰਫਾ ਇਫੈਕਟ ਹੋਏਗਾ। ਜੇ ਕੋਈ ਚੀਜ਼ ਆਏਗੀ ਤਾਂ ਕੁਝ ਚੀਜ਼ ਜਾਏਗੀ ਵੀ। ਜੇ ਆਪਾਂ ਨੇ ਐਸੈਟ ਲਿਆਉਂਦਾ ਤਾਂ ਉਹਦੀ ਜਗ੍ਹਾ ਆਪਾਂ ਪੈਸੇ ਵੀ ਦਿੱਤੇ ਹੋਣੇ। ਜੇ ਪੈਸੇ ਨਹੀਂ ਦਿੱਤੇ ਤਾਂ ਲਾਇਬਿਲਿਟੀ ਖੜ ਜਾਏਗੀ, ਦੇਣਦਾਰੀ ਖੜ ਜਾਏਗੀ। ਡਨ। ਅਗਲਾ ਕੁਐਸਚਨ, the policy of anticipate no profit and provide for all possible losses arising due to the concept of। ਕੋਈ ਦੱਸ ਸਕਦਾ ਮੈਨੂੰ? ਮੈਂ ਤੁਹਾਨੂੰ ਦੱਸਿਆ ਸੀ ਕਿ ਇੱਕ ਆਪਾਂ ਐਂਟੀਸਪੇਟ ਲੈ ਕੇ ਚੱਲਦੇ ਹਾਂ ਕਿ ਕੋਈ ਵੀ ਪ੍ਰੋਫਿਟ ਅੱਗੇ ਨਹੀਂ ਹੋਏਗਾ ਹਲੇ ਫਿਲਹਾਲ, ਮਗਰ ਇਹ ਮਤਲਬ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਜਿਹੜੇ ਆਲ ਪੋਸੀਬਲ ਲੋਸਿਸ ਹੈ ਉਹਨਾਂ ਨੂੰ ਆਪਾਂ ਰਿਕਾਰਡ ਕਰਕੇ ਚੱਲੀਏ। ਇਹ ਕਿਹੜਾ ਕੰਸੈਪਟ ਕਹਿੰਦਾ? ਕਿ ਜੇ ਕੋਈ ਫਿਊਚਰ 'ਚ ਗੇਨ ਹੋਣ ਵਾਲਾ ਉਹਦੇ ਬਾਰੇ ਆਪਾਂ ਫਿਲਹਾਲ ਗੱਲ ਨਹੀਂ ਆਖਾਂਗੇ, ਬਟ ਜੇ ਲੋਸਿਸ ਹੋ ਸਕਦੇ ਨੇ, ਇਹ ਪੋਸੀਬਿਲਿਟੀ ਹੈ, ਤਾਂ ਆਪਾਂ ਨੂੰ ਉਸ ਨੂੰ ਰਿਕਾਰਡ ਕਰਕੇ ਚੱਲਦੇ ਹਾਂ। ਇਹ ਕਿਹੜਾ ਕੰਸੈਪਟ ਕਹਿੰਦਾ? ਕੰਸਿਸਟੈਂਸੀ ਕੰਸੈਪਟ ਕਹਿੰਦਾ ਹੈ, ਡਿਸਕਲੋਜ਼ਰ ਕਹਿੰਦਾ ਹੈ, ਕੰਜ਼ਰਵੇਟਿਜ਼ਮ ਕਹਿੰਦਾ ਹੈ, ਮੈਚਿੰਗ ਕਹਿੰਦਾ ਹੈ। ਇਹਦਾ ਆਨਸਰ ਕੀ ਆ ਜਾਏਗਾ? ਕੰਜ਼ਰਵੇਟਿਜ਼ਮ, ਸੀ ਆਪਸ਼ਨ ਆ ਜਾਏਗਾ। ਠੀਕ ਹੈ, ਕਿਹੜਾ ਆਪਸ਼ਨ? ਸੀ ਆਪਸ਼ਨ, ਯਾਦ ਰੱਖਣਾ। ਅਗਲਾ ਕੁਐਸਚਨ, ਅਕੋਰਡਿੰਗ ਟੂ ਵਿਚ ਕੰਸੈਪਟ ਦਾ ਪ੍ਰੋਪਰਾਈਟਰ ਪੇ ਇੰਟਰਸਟ ਔਨ ਡਰਾਇੰਗਸ। ਹੁਣ ਕਿਹੜੇ ਕੰਸੈਪਟ ਦੇ ਆਧਾਰ 'ਤੇ ਜਿਹੜਾ ਪ੍ਰੋਪਰਾਈਟਰ ਹੈ ਉਹ ਡਰਾਇੰਗਸ ਪੇ ਕਰੇਗਾ? ਡਰਾਇੰਗਸ ਕੀ ਹੁੰਦੀ ਹੈ? ਪਰਸਨਲ ਖਰਚਾ। ਠੀਕ ਹੈ, ਉਹਦੇ ਉੱਪਰ ਵਿਆਜ ਪੇ ਕਰ ਰਿਹਾ ਉਹ। ਦੇਖੋ, ਪ੍ਰੋਪਰਾਈਟਰ ਆਪਣੇ ਬਿਜ਼ਨਸ 'ਚੋਂ ਪੈਸਾ ਕੱਢਿਆ ਤੇ ਆਪਣੇ ਬਿਜ਼ਨਸ 'ਚੋਂ ਪੈਸੇ ਕੱਢੇ ਉੱਪਰ ਉਹ ਵਿਆਜ ਭਰ ਰਿਹਾ ਹੈ ਨਾ, ਆਪਣੇ ਪਰਸਨਲ
ਥਿੰਗਸ ਲਈ ਉਹਨੇ ਆਪਣਾ ਪੈਸਾ ਵਰਤ ਲਿਆ, ਉਸ ਨੂੰ ਆਪਾਂ ਡਰਾਇੰਗਸ ਕਹਿਤਾ, ਤਾਂ ਉਹਦੇ ਉੱਪਰ ਹੁਣ ਵਿਆਜ ਭਰ ਰਿਹਾ ਹੈ। ਇਹ ਕਿਹੜਾ ਕੰਸੈਪਟ ਜਿਹੜਾ ਇੰਨਾ ਮਤਲਬ ਪ੍ਰਿੰਸੀਪਲ ਇੰਨਾ ਅੱਛਾ ਹੈ ਕਿ ਉਹ ਬਿਜ਼ਨਸ ਤੇ ਪ੍ਰੋਪਰਾਈਟਰ ਨੂੰ ਅਲੱਗ ਰੱਖ ਰਿਹਾ? ਇਹ ਹੋ ਜਾਏਗਾ ਆਪਣਾ ਸੀ ਆਪਸ਼ਨ, ਐਂਟੀਟੀ ਕੰਸੈਪਟ। ਕਿਹੜਾ ਕੰਸੈਪਟ? ਬਿਜ਼ਨਸ ਐਂਟੀਟੀ ਕੰਸੈਪਟ। ਅਗਲਾ ਕੁਐਸਚਨ, ਦ ਮਾਰਕੀਟ ਪ੍ਰਾਈਸ ਆਫ ਗੁੱਡ ਡਿਕਲਾਈਨ ਦੈਨ ਦ ਕੋਸਟ ਪ੍ਰਾਈਸ, ਦੈਨ ਦ ਕੰਸੈਪਟ ਪਲੇ ਏ ਕੀ ਰੋਲ? ਮੈਨੂੰ ਦੱਸ ਸਕਦਾ ਕੋਈ ਕਿ ਕਿਹੜੇ ਮਤਲਬ ਕੰਸੈਪਟ ਦੇ ਆਧਾਰ ਤੇ ਆਪਾਂ ਇਹ ਕਹਿ ਦਿੰਦੇ ਹਾਂ ਕਿ ਆਪਣਾ ਜਿਹੜਾ ਮਾਰਕੀਟ ਪ੍ਰਾਈਸ ਸੀ ਉਸ ਗੁੱਡ ਦਾ ਉਹ ਕੋਸਟ ਪ੍ਰਾਈਸ ਨਾਲੋਂ ਵੀ ਥੱਲੇ ਚਲਾ ਗਿਆ, ਤਾਂ ਫਿਰ ਉਸ ਮੁਤਾਬਿਕ ਆਪਾਂ ਰਿਕਾਰਡ ਕਰਾਂਗੇ ਕਿ ਕਿਹੜਾ ਮਤਲਬ ਵਿਚ ਐਵਰ ਲੈਸ ਹੋਏਗਾ ਉਹੀ ਰਿਕਾਰਡ ਕਰਨਾ ਹੁੰਦਾ ਆਪਾਂ ਨੇ। ਤਾਂ ਕਿਹੜਾ ਕੰਸੈਪਟ ਕਹਿੰਦਾ? ਮਟੀਰੀਅਲਿਟੀ ਕੰਸੈਪਟ ਕਹਿੰਦਾ, ਗੋਇੰਗ ਕੰਸਰਨ ਕਹਿੰਦਾ ਹੈ, ਰਿਲਾਈਜੇਸ਼ਨ ਕਹਿੰਦਾ ਹੈ, ਕੰਸਿਸਟੈਂਸੀ ਕਹਿੰਦੀ ਹੈ। ਕਿਸ ਕੰਸੈਪਟ ਦੇ ਆਧਾਰ ਤੇ ਆਪਾਂ ਨੇ ਇਹ ਦੇਖਿਆ ਕਿ ਜਿਹੜਾ ਗੁੱਡ ਹੈ ਨਾ, ਉਹਦੀ ਜਿਹੜੀ ਕੋਸਟ ਹੈ ਜਾਂ ਤਾਂ ਉਹਦੀ ਐਕਚੁਅਲ ਕੋਸਟ ਪ੍ਰਾਈਸ ਹੋ ਸਕਦੀ ਹੈ ਜਾਂ ਮਾਰਕੀਟ ਪ੍ਰਾਈਸ ਵਿਚ ਐਵਰ ਇਜ਼ ਲੈਸ, ਉਹਨੂੰ ਲੈ ਕੇ ਚੱਲਾਂਗੇ ਆਪਾਂ। ਇਹ ਆਪਣਾ ਕਹਿੰਦਾ ਹੈ ਸੀ ਆਪਸ਼ਨ, ਰਿਲਾਈਜੇਸ਼ਨ ਕੰਸੈਪਟ। ਡਨ। ਅਗਲਾ ਕੁਐਸਚਨ ਦੇਖੋ, ਹੈਜ਼ ਪਰ ਦਾ ਮੈਚਿੰਗ ਕੰਸੈਪਟ, ਧਿਆਨ ਨਾਲ ਪੜ੍ਹੋ, ਮੈਚਿੰਗ ਕੰਸੈਪਟ ਤੁਹਾਨੂੰ ਦੱਸਿਆ ਸੀ, ਠੀਕ ਹੈ। ਤਾਂ ਜੇ ਆਪਾਂ ਰੈਵਨਿਊ ਚੋਂ ਕੀ ਮਾਈਨਸ ਕਰੀਏ ਕਿ ਪ੍ਰੋਫਿਟ ਆ ਜਾਵੇ? ਦੱਸੋ ਮੈਨੂੰ, ਪ੍ਰੋਫਿਟ ਕਿਵੇਂ ਆਏਗਾ? ਰੈਵਨਿਊ ਚੋਂ ਕੀ ਮਾਈਨਸ ਕਰ ਦੋਗੇ? ਚਲੋ ਇਹ ਬਹੁਤ ਆਸਾਨ ਕੁਐਸਚਨ ਹੈ ਵੈਸੇ, ਇਸ ਲਈ ਮੈਂ ਉਰੇ ਨਹੀਂ ਕਰਾ ਰਿਹਾ, ਇਹ ਤੁਹਾਡੇ ਲਈ ਹੋਮਵਰਕ ਹੈ। ਤੁਹਾਨੂੰ ਅੱਜ ਜਿਹੜੇ 2 ਕੁਐਸਚਨ ਮਿਲੇ ਹੈ ਇਹਨਾਂ ਦਾ ਮਤਲਬ ਆਨਸਰ ਮੈਨੂੰ ਕਮੈਂਟ ਸੈਕਸ਼ਨ 'ਚ ਚਾਹੀਦਾ। ਡਨ, ਓਕੇ। ਬਾਕੀ ਦੱਸ ਦਿੰਦਾ, ਲਾਇਬਿਲਿਟੀ ਕੀ ਹੁੰਦੀ ਹੈ? ਦੇਣਦਾਰੀਆਂ। ਲੋਸਿਸ ਕਦੋਂ ਹੁੰਦੇ ਆ ਮੈਨੂੰ ਦੱਸ ਸਕਦਾ? ਕਿ ਜਦੋਂ ਸਾਡੇ ਇੰਡਾਇਰੈਕਟ ਐਕਸਪੈਂਸਿਸ ਵੱਧ ਜਾਂਦੇ ਆ ਸਾਡੇ ਇਨਕਮਸ ਨਾਲੋਂ। ਡਨ। ਐਸੈਟ ਵੀ 2 ਤਰੀਕੇ ਨਾਲ ਹੁੰਦੇ, ਕਰੰਟ ਐਸੈਟ, ਫਿਕਸ ਐਸੈਟ। ਅਗਲਾ ਕੁਐਸਚਨ ਕਹਿੰਦੇ ਇਹ ਹਮੇਸ਼ਾ ਕਿਹਾ ਗਿਆ ਕਿ ਜਿਹੜੀ ਚੀਜ਼ ਡੈਬਿਟ ਹੋਏਗੀ ਤਾਂ ਉਸ ਇਕੁਅਲੀ ਹਮੇਸ਼ਾ ਕ੍ਰੈਡਿਟ ਹੋਏਗੀ। ਜਿਵੇਂ ਸਪੋਜ਼ ਕਰੋ ਆਪਾਂ ਨੇ ਕੋਈ ਮਾਲ ਖਰੀਦਿਆ, ਠੀਕ ਹੈ, ਗੁੱਡਸ ਖਰੀਦੇ ਆਪਾਂ ਨੇ, ਦੈਨ ਉਹਦੀ ਐਂਟਰੀ ਕੀ ਹੁੰਦੀ ਹੈ? ਪਰਚੇਸਿਸ ਅਕਾਊਂਟ ਡੈਬਿਟ ਟੂ ਕੈਸ਼, ਯਾਨੀ ਕਿ ਜਿੰਨੀ ਅਮਾਊਂਟ ਦੀ ਕੋਈ ਚੀਜ਼ ਡੈਬਿਟ ਹੋਈ ਹੈ ਉਨੀ ਅਮਾਊਂਟ ਦੀ ਕ੍ਰੈਡਿਟ ਹੋਏਗੀ। ਤਾਂ ਇਹ ਕਿਹੜਾ ਕੰਸੈਪਟ ਇਸ ਬਾਰੇ ਸਾਨੂੰ ਕਹਿੰਦਾ ਹੈ ਕਿ ਆਪਾਂ ਇਸ ਤਰ੍ਹਾਂ ਕਰਕੇ ਚੱਲਣਾ? ਮੈਚਿੰਗ ਕੰਸੈਪਟ, ਕੋਸਟ ਕੰਸੈਪਟ, ਮਨੀ ਮੇਜਰਮੈਂਟ ਕੰਸੈਪਟ, ਡਿਊਲ ਐਸਪੈਕਟ ਕੰਸੈਪਟ। ਕਿਹੜਾ ਕੰਸੈਪਟ ਹੈ ਆਪਣਾ? ਡੀ ਆਪਸ਼ਨ, ਡਿਊਲ ਐਸਪੈਕਟ ਕਹਿੰਦਾ, ਠੀਕ ਹੈ। ਉਸ ਵਿੱਚ ਹੀ ਇਹ ਆਖਿਆ ਹੋਇਆ ਕਿ ਜੋ ਚੀਜ਼ ਤੁਸੀਂ ਡੈਬਿਟ ਕਰੋਗੇ ਉਹਨੂੰ ਹੀ ਤੁਹਾਨੂੰ ਕ੍ਰੈਡਿਟ ਕਰਕੇ ਚੱਲਣਾ ਹੈ। ਸਮਝ ਕੇ 2 ਤਰਫਾ ਇਫੈਕਟ ਦੇਖਣ ਨੂੰ ਮਿਲੇਗਾ ਹੀ ਮਿਲੇਗਾ। ਦੈਨ ਹੁਣ ਜਿਵੇਂ ਤੁਹਾਨੂੰ ਕੁਝ ਗੁੱਡਸ ਆਏ ਤੁਹਾਡੇ ਕੋਲ, ਤਾਂ ਗੁੱਡਸ ਅਕਾਊਂਟ 'ਚ ਚਲੇ ਜਾਓਗੇ, ਪਰਚੇਸਿਸ ਅਕਾਊਂਟ, ਤਾਂ ਉਸ ਵਿੱਚ ਕੀ ਹੋਏਗਾ? ਦੈਨ ਤਾਂ ਟੂ ਕੈਸ਼ ਲਿਖ ਕੇ ਪੂਰੇ ਉਸ ਅਮਾਊਂਟ ਪਾ ਦੋਗੇ, ਤੁਹਾਡੇ ਕੋਲ ਇੰਨੇ ਪਰਚੇਸਿਸ ਆ ਗਏ। ਤਾਂ ਕੈਸ਼ ਅਕਾਊਂਟ 'ਚ ਕੀ ਕਰੋਗੇ? ਠੀਕ ਹੈ, ਪੈਸਾ ਗਿਆ ਹੱਥੋਂ ਤਾਂ ਕ੍ਰੈਡਿਟ ਸਾਈਡ ਤੇ ਬਾਏ ਪਰਚੇਸਿਸ ਲਿਖ ਦੋਗੇ, ਅਮਾਊਂਟ ਪਾ ਦੋਗੇ, ਹੈ ਨਾ। ਇਸੇ ਤਰੀਕੇ ਨਾਲ ਹੀ ਚੱਲੋਗੇ, ਇਸ ਤਰ੍ਹਾਂ ਹੀ ਆਪਣੇ ਅਕਾਊਂਟ ਮੇਨਟੇਨ ਕਰੋਗੇ। ਇਹ ਹੀ ਡਿਊਲ ਐਸਪੈਕਟ ਕਹਿੰਦਾ ਕਿ ਦੋਨੋਂ ਤਰਫਾ ਇਫੈਕਟ ਦੇਖਣ ਨੂੰ ਮਿਲੇਗਾ ਤੁਹਾਨੂੰ। ਉਹ ਇਹ ਵੀ ਕਹਿੰਦਾ ਕਿ ਹਰੇਕ ਚੀਜ਼ ਜਿਹੜੀ ਡੈਬਿਟ ਹੋ ਰਹੀ ਹੈ ਉਹ ਇਕੁਅਲੀ ਕ੍ਰੈਡਿਟ ਹੋਏਗੀ। ਡਨ। ਅਗਲਾ ਕੁਐਸਚਨ ਦੇਖੋ, ਦ ਕੰਪੈਰੀਜ਼ਨ ਆਫ ਫਾਈਨੈਂਸ਼ੀਅਲ ਸਟੇਟਮੈਂਟ ਆਫ 1 ਈਅਰ ਵਿਦ ਅਨਦਰ, ਇਹ ਤਦ ਹੀ ਪੋਸੀਬਲ ਹੁੰਦਾ ਜਦ ਆਪਾਂ ਕਿਹੜਾ ਕੰਸੈਪਟ ਫੋਲੋ ਕਰਦੇ ਹਾਂ। ਆਪਾਂ ਕਹਿੰਦੇ ਹਾਂ ਨਾ ਕਿ ਆਪਾਂ ਹਰੇਕ ਸਾਲ ਫਾਈਨੈਂਸ਼ੀਅਲ ਸਟੇਟਮੈਂਟ ਬਣਾਉਂਦੇ ਹਾਂ, ਫਿਰ ਉਹਨੂੰ ਆਪਾਂ ਕੰਪੈਰੀਜ਼ਨ ਵੀ ਕਰਦੇ ਹਾਂ। ਕਿਸ ਕੰਸੈਪਟ ਦੇ ਆਧਾਰ ਤੇ ਕਰਦੇ ਹਾਂ? ਗੋਇੰਗ ਕੰਸਰਨ, ਐਕਰੂਲ, ਕੰਸਿਸਟੈਂਸੀ, ਮਟੀਰੀਅਲਿਟੀ। ਦੱਸੋ। ਚਲੋ इसका आंसर क्या आ जाएगा अपना? गोइंग कंसर्न, ये ऑप्शन आ जाएगा। ठीक है, उस तो अगे देखो बस अज जो अपने इन्ने क्वेश्चन से जो आपने रिविजन की, तो देखो ना ना कंसैप्ट कर रहे हैं आप रिविजन कर रहे हैं। कल आप करांगे जनरल, की करना आपने जनरल करना है। ठीक है, की करना है? जनरल करना है। जनरल कर लाँगे नाल ही लैजर कर लाँगे, दोनों मैच करके चल के एक बार रिविजन कर लाँगे जनरल लैजर की। है फिर आप जनरल लैजर ट्रायल बैलेंस कर लाँगे, है ना। फिर डेप्रीशिएशन भी कर लाँगे, बैंक रिकनसाइलेशन स्टेटमेंट भी कर लाँगे, रेक्टिफिकेशन ऑफ एरर भी कर लाँगे, फिर PL अकाउंट, बैलेंस शीट, ये सारा एक बार कर लाँगे। फिर वो लगते जिन्ने भी टर्म्स होंगे वो भी एक बार देख लाँगे। इस तरीके थोड़ा फाइनैशियल अकाउंटिंग के जोड़े बेसिक्स हैं वो थोड़े पूरे हो जाएंगे। डन। तो कैश बुक भी करनी है आपने, परचेज बुक, कैश बुक, सेल बुक, ये भी करनी है आपने। डन।
ਸੋ ਥੈਂਕ ਯੂ ਵੈਰੀ ਮਚ। ਜਿਨ੍ਹਾਂ ਨੇ ਹਾਲੇ ਤੱਕ ਹਿਲਸ ਮੈਂਟੋਰ ਐਪ ਡਾਊਨਲੋਡ ਨਹੀਂ ਕੀਤੀ, ਜਾ ਕੇ ਡਾਊਨਲੋਡ ਕਰੋ, ਤੁਹਾਨੂੰ ਆਲਰੇਡੀ ਉੱਥੇ ਕੋਰਸਿਸ ਦੇਖਣ ਨੂੰ ਮਿਲਣਗੇ। ਤੇ ਟੈਲੀਗ੍ਰਾਮ ਚੈਨਲ ਜ਼ਰੂਰ ਜੁਆਇਨ ਕਰੋ, ਉੱਥੇ ਰੋਜ਼ ਸਵੇਰੇ 11 ਵਜੇ MCQs ਲਈ ਪ੍ਰੈਕਟਿਸ ਕਰਾਈ ਜਾ ਰਹੀ ਹੈ। ਡਨ। ਘੱਟੋ ਘੱਟ ਜੇ ਮੈਂ ਗੱਲ ਕਰਾਂ 30 ਤੋਂ 40 ਕੁਐਸਚਨ ਤੁਹਾਨੂੰ ਰੋਜ਼ ਦੇਖਣ ਨੂੰ ਮਿਲਣਗੇ। ਸੋ ਥੈਂਕ ਯੂ ਵੈਰੀ ਮਚ।